सतनाम धन वाहे गुरु साहिब जियो ना हूँ जति सती नहीं पड़या मूर्ख मुगदा जन्म भया परणवत नानक तिनकी शरणा जिन तू नाही विसरिया डंडौत बंदन अनेक बार सर्व कला समरथ डोलन ते राखो प्रभु नानक दे कर हथ परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरु जी दे बख्शे हुए सिख लई रोजाना दे नेम अनुसार सोदर रह राज साहब जी दे पाठ संगती रूप विच कीते गए। पाठ जी दी संपन्नता तो बाद भाई हरपाल सिंह जी ने हजूर दी अमृत गुरबाणी चों एक शब्द कीर्तन रूप विच सरवण कराया है। भाई साहब शब्द गायन कर रहे सन। धन धन सो गुर सिख कही है जो सतगुरु चरनी जाए पया। आओ इसे नूं ही आधार बना के गुरमत विचार आपां कर सकीए। विचार दी प्रारंभता तो पहला गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। साहिब सतगुरु श्री गुरु ग्रंथ साहिब जी दी बाणी अंदर धन शब्द दी वरतों सतगुरु ने बहु थावां अते बहु प्रकार नाल कीती है। जिवें भाई साहब अमृत बाणी विचों पढ़ रहे सन उस गुरसिख नूं आपां धन कहीए, उस नूं धन पुकारीए कि जिहड़ा गुरसिख सतगुरु जी दे चरनां विच जा डिग्गा है। पहली बेनती ये धन शब्द कहण नाल फायदा की होवेगा। जदों असीं जबान तो इस धन शब्द वरतने खां ते गुरसिखां दी रसना ते यह शब्द अक्सर आउंदा है कि धन धन गुरु नानक साहिब जी महाराज, धन धन सतगुरु गुरु गोबिंद सिंह साहिब जी महाराज, धन धन श्री गुरु ग्रंथ साहिब जी महाराज,
ਤੇ ਕਈ ਥਾਵਾਂ ਤੇ ਗੁਰਸਿੱਖਾਂ ਨੂੰ ਇਤਨਾ ਮਾਨ ਦਿੱਤਾ, ਮਾਝੇ ਦੇ ਇਲਾਕੇ ਵਿੱਚ ਝਬਾਲ ਜਾਓ, ਰਮਦਾਸ ਜਾਓ, ਤੇ ਹਰ ਇੱਕ ਦੀ ਰਸਨਾ ਤੇ ਸ਼ਬਦ ਹੋਵੇਗਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੁਸੀਂ ਸ਼ਹੀਦਾਂ ਨਮਸਕਾਰ ਕਰੋ, ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੱਥਾ ਟੇਕੋ, ਤੇ ਉੱਥੇ ਵੀ ਸਿੱਖਾਂ ਦੀ ਜ਼ਬਾਨ ਤੇ ਸ਼ਬਦ ਹੁੰਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਦੋਂ ਅਸੀਂ ਧੰਨ ਸ਼ਬਦ ਕਹਿੰਦੇ ਹਾਂ, ਇਹਦਾ ਫਲ ਕੀ ਹੈ? ਆਖਰ ਹਜ਼ੂਰ ਨੇ ਇਸ ਨੂੰ ਬਾਣੀ 'ਚ ਅੰਕਿਤ ਕੀਤਾ, ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਕੋਈ ਲਫ਼ਜ਼, ਕੋਈ ਸ਼ਬਦ, ਕੋਈ ਅੱਖਰ ਨਿਰਾਰਥਕ ਨਹੀਂ, ਹਰ ਅੱਖਰ ਹੀ ਸਾਰਥਕ ਹੈ। ਇਹ ਗੱਲ ਵੱਖਰੀ ਕਿ ਕਿਸੇ ਨੂੰ ਸਮਝ ਛੇਤੀ ਪੈ ਜਾਏ, ਇਹ ਗੱਲ ਵੱਖਰੀ ਕਿ ਕਿਸੇ ਦੀ ਬੁੱਧੀ ਤੇ ਪਰਦਾ ਪਾ ਦੇ ਤੇ ਸ਼ਬਦ ਪੜ੍ਹਦੇ ਨੂੰ ਵੀ ਸ਼ਬਦ ਦੀ ਸਮਝ ਨਾ ਪਏ, ਇਹ ਉਸ ਦੀ ਖੇਡ ਹੈ। ਪਰ ਜਦੋਂ ਅਸੀਂ ਧੰਨ ਲਫ਼ਜ਼ ਵਰਤਾਂਗੇ, ਧੰਨ ਸ਼ਬਦ ਵਰਤਾਂਗੇ, ਤੇ ਇਸ ਦਾ ਸਿੱਖ ਨੂੰ ਫਾਇਦਾ ਕੀ ਹੁੰਦਾ ਹੈ? ਪਹਿਲੀ ਬੇਨਤੀ ਤਾਂ ਦਾਸ ਕਰੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਸ਼ਬਦ ਦੀ ਵਰਤੋਂ ਹਜ਼ੂਰ ਨੇ ਆ ਸੰਸਾਰਕ ਧਨ ਦੌਲਤ ਪੈਸੇ ਵਾਸਤੇ ਵੀ ਕੀਤੀ। ਜਿਵੇਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕਾਚਾ ਧਨ ਸੰਚੈ ਮੂਰਖ ਗਾਵਾਰ, ਉੱਥੇ ਕਾਚਾ ਦੇ ਨਾਲ ਧਨ ਸ਼ਬਦ ਆ ਗਿਆ। ਇਹਦਾ ਅਰਥ ਕਿ ਉਹ ਦੌਲਤ, ਉਹ ਮਾਇਆ ਕਿ ਜਿਸ ਨੇ ਕੱਲ ਨੂੰ ਖਤਮ ਹੋ ਜਾਣਾ। ਕੱਚਾ, ਕੱਚੇ ਦਾ ਮਤਲਬ ਜਿਵੇਂ ਕੁਸੰਬੇ ਦਾ ਫੁੱਲ, ਉਹਦਾ ਰੰਗ ਇੱਕ ਖਿੰਨ ਵਿੱਚ ਉਤਰ ਜਾਂਦਾ ਹੈ, ਤੇ ਮਜੀਠ ਦਾ ਰੰਗ ਗਰਮ ਪਾਣੀ ਦੇ ਵਿੱਚ ਉਬਾਲੋ ਉਹ ਤਾਂ ਵੀ ਨਹੀਂ ਉਤਰਦਾ। ਕਾਚਾ ਧਨ ਦਾ ਅਰਥ, ਇੱਥੇ ਧਨ ਦਾ ਅਰਥ ਉਹ ਦੌਲਤ, ਦੋ ਨਾਸ਼ਵੰਤ ਹੈ। ਇਸੇ ਤਰ੍ਹਾਂ ਬਾਣੀ 'ਚ ਇੱਕ ਅੰਮ੍ਰਿਤ ਬਚਨ ਆਉਂਦਾ ਹੈ ਕਿ ਇਹ ਧਨ ਅਖੁੱਟ, ਨਾ ਨਖੁੱਟੈ ਨਾ ਜਾਏ। ਇਹ ਜਦੋਂ ਅਖੁੱਟ ਸ਼ਬਦ ਧਨ ਨਾਲ ਆ ਗਿਆ, ਉੱਥੇ ਕਾਚਾ ਸ਼ਬਦ ਧਨ ਨਾਲ ਆਇਆ ਸੀ, ਉਹਦਾ ਮਤਲਬ ਸੀ ਬਿਨਸਨਹਾਰ, ਤੇ ਇਹਦਾ ਮਤਲਬ ਕਿ ਪਰਮਾਤਮਾ ਦੇ ਨਾਮ ਦਾ ਧਨ ਜਿਹੜਾ ਕਦੀ ਵੀ ਅਖੁੱਟਦਾਰ ਤੇ ਜਿਹਦੀ ਕਮੀ ਕਦੀ ਨਹੀਂ ਹੁੰਦੀ, ਜਿੰਨੇ ਕਦੀ ਨਖੁੱਟਣਾ ਨਹੀਂ, ਨਾਸ਼ ਨਹੀਂ ਹੋਣਾ। ਨਾਮ ਲਈ ਵੀ ਧਨ, ਦੌਲਤ ਵਾਸਤੇ ਵੀ ਧਨ। ਤੇ ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਧਨ ਸ਼ਬਦ ਸ਼ਾਬਾਸ਼ ਲਈ ਵੀ ਵਰਤਿਆ, ਵਡਿਆਈ ਕਰਨ ਲਈ ਵੀ ਵਰਤਿਆ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਵੀ ਧਨ ਕਿਹਾ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਸਤ ਗੁਰੂ ਜੀ ਲਈ ਵੀ ਸ਼ਬਦ ਧਨ ਵਰਤਿਆ। ਤੇ ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਮਾਈ ਕਰਨ ਵਾਲੇ ਗੁਰਸਿੱਖਾਂ ਲਈ ਵੀ ਸ਼ਬਦ ਧਨ ਵਰਤਿਆ। ਆਓ ਥੋੜਾ ਜਿਹਾ ਅਸੀਂ ਦੇਖ ਲਈਏ ਕਿ ਇੱਕ ਤਾਂ ਹਜ਼ੂਰ ਦੇ ਅੰਮ੍ਰਿਤ ਬਚਨਾਂ 'ਚ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਨੇ ਖਾਂ ਕਿ ਜਿਸ ਦਾ ਦਿੱਤਾ ਖਾਵਣਾ, ਆਮ ਤੌਰ ਤੇ ਸ਼ਾਬਾਸ਼ ਛੋਟੇ ਨੂੰ ਦਿੱਤੀ ਜਾਂਦੀ। ਸ਼ਾਬਾਸ਼ ਦਰ ਤੇ ਕਿ ਉਹਦੀ ਸਿਫਤ ਕਰਨੀ, ਉਹਦੀ ਸਲਾਹਤਾ ਕਰਨੀ, ਉਹਦੀ ਵਡਿਆਈ ਕਰਨੀ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ। ਅਰਦਾਸ ਤੂੰ ਸ਼ਾਬਾਸ਼ ਕਹਿ, ਇਹਦਾ ਅਰਥ ਵੀ ਧੰਨ ਹੋਵੇਗਾ। ਵਾਹ ਵਾਹ ਸ਼ਬਦ ਵੀ ਇਹੀ ਹੈ। ਹੁਣ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਲਈ ਵੀ ਸ਼ਬਦ ਧੰਨ ਵਰਤਿਆ ਕਿ ਗੁਰਸਿੱਖੋ ਕਿ ਗੁਰੂ ਨੂੰ ਧੰਨ ਕਿਹਾ ਕਰੋ। ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਸੋਰਠ ਕੀ ਵਾਰ ਦੀ ਪੌੜੀ ਦੀ ਆਖਰੀ ਪੌੜੀ ਦੀਆਂ ਆਖਰੀਆਂ ਦੋ ਤੁਕਾਂ, ਉਹ ਤੁਕਾਂ ਨੇ ਕਿ ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਕਹਿੰਦੇ ਨੇ ਸਾਰੇ ਗੁਰੂ ਨੂੰ ਧੰਨ ਆਖੋ। ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕਜਿਆ। ਸਤਿਗੁਰੂ ਨੂੰ ਧੰਨ ਕਹੋ ਜਿਹਨੇ ਪਰਦਾ ਕੱਜ ਦਿੱਤਾ। ਅਜੇ ਮੈਂ ਬੇਨਤੀ ਨਹੀਂ ਕੀਤੀ ਵੀ ਇਸ ਧੰਨ ਕਹਿਣ ਨਾਲ ਕੀ ਹੋਵੇ। ਪ੍ਰਭੂ ਨੂੰ ਧੰਨ, ਗੁਰੂ ਨੂੰ ਧੰਨ। ਤੇ ਹੁਣੇ ਭਾਈ ਸਾਹਿਬ ਪੜ੍ਹ ਰਹੇ ਸਨ ਕਿ ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚੋਂ ਧੰਨ ਧੰਨ ਸੋ ਗੁਰਸਿੱਖ ਕਹੀ ਹੈ। ਗੁਰਸਿੱਖ ਨੂੰ ਵੀ ਧੰਨ ਕਹੋ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਬੇਨਤੀ ਕਰਾਂਗਾ, ਗੁਰਮਖੋ, ਜਦੋਂ ਅਸੀਂ ਲਫ਼ਜ਼ ਆਪਣੀ ਜ਼ਬਾਨ ਤੋਂ ਧੰਨ ਵਰਤਨੇ ਹਾਂ ਪ੍ਰਭੂ ਲਈ, ਗੁਰੂ ਲਈ, ਗੁਰਸਿੱਖ ਲਈ, ਇਹ ਬੜਾ ਵੱਡਾ ਜੀਵਨ ਪਲਟਣ ਦੀ ਇਹਦੇ ਵਿੱਚ ਬਖਸ਼ਿਸ਼ ਹੈ। ਹਜ਼ੂਰ ਨੇ ਫਰਮਾਇਆ ਕਿ ਜੇਕਰ ਕੋਈ ਇਨਸਾਨ ਗੁਰੂ ਨੂੰ ਧੰਨ ਕਹੇਗਾ
ਤੇ ਜਿਸ ਚੀਜ਼ ਦੀ ਉਹ ਮਨ ਵਿੱਚ ਇੱਛਾ ਪੈਦਾ ਕਰੇਗਾ, ਗੁਰੂ ਨੂੰ ਧੰਨ ਕਹਿਣ ਵਾਲਾ ਹਰ ਦਾਤ ਉਹਦੀ ਝੋਲੀ ਵਿੱਚ ਚਲੀ ਜਾਏ। ਇੱਕ ਭੱਟ ਸਾਹਿਬਾਨ ਜੀ ਦਾ ਸਵਈਆ ਹੈ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਇਹਦੇ ਵਿੱਚ ਅਜੇ ਜ਼ਿਕਰ ਨਹੀਂ ਕੀਤਾ ਕਿਹੜੇ ਸਤਿਗੁਰੂ ਜੀ। ਹਾਲਾਂਕਿ ਫਿਰ ਬੇਨਤੀ ਕਰਾਂ ਕਿ 10 ਜਾਮਿਆਂ ਵਿੱਚ ਗੁਰੂ ਜੋਤ ਵਰਤੀ ਹੈ, ਪਰ ਹਰ ਜਾਮੇ ਦੀ ਆਪਣੀ ਵਿਲੱਖਣਤਾ ਹੈ। ਬੇਨਤੀ ਸੁਣਿਓ, ਇਹਦੇ ਵਿੱਚ ਵਖਰੇਵਾ ਨਹੀਂ ਜਾਣਨਾ। ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਦਰਸ਼ਨ ਪਰਸੇ ਪਾਪ ਕੱਟੇ ਜਾਂਦੇ। ਅਸੀਂ ਜਦੋਂ ਹਜ਼ੂਰ ਦੇ ਚਰਨਾਂ 'ਚ ਅਰਦਾਸ ਕਰਨੇ ਆ, ਰਾਤ ਵੀ ਦਾਸ ਨੇ ਯੁਵਾ ਸਿੱਧੀ ਇੱਕ ਬੇਨਤੀ ਕੀਤੀ ਸੀ ਕਿ ਜਦੋਂ ਅਸੀਂ ਅਰਦਾਸ ਕਰਨੇ, ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਪਰਮਾਤਮਾ ਵਾਹਿਗੁਰੂ ਨੂੰ ਆਪਾਂ ਚੇਤੇ ਕਰਨੇ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਸਾਹਿਬ ਦੀ ਲਈ ਧਿਆਉਣ ਦੀ ਗੱਲ ਕੀਤੀ ਗਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਪਹਿਲਾਂ ਧਿਆਇਕ ਹੈ, ਫਿਰ ਸਹਾਇਕ ਹੈ। ਫਿਰ 3 ਪਾਤਸ਼ਾਹੀਆਂ ਲਈ ਸ਼ਬਦ ਵਰਤਿਆ ਸਿਮਰੋ। ਪਹਿਲਾਂ ਧਿਆਏ, ਫਿਰ ਸਹਾਏ। ਫਿਰ ਸਾਹਿਬ ਨੇ ਫਰਮਾਇਆ ਕਿ ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ। ਸਿਮਰੋ, ਧਿਆਏ, ਸਹਾਏ ਤੇ ਸਿਮਰੋ। ਫਿਰ ਅਗਲੇਰਾ ਬਚਨ ਅਸੀਂ ਪੜ੍ਹਨੇ ਆ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਇੱਕ ਧਿਆਈਐ, ਦੂਜਾ ਡਿਠੇ, 2 ਸ਼ਬਦ ਵਰਤੇ ਇੱਥੇ। ਫਿਰ ਅਗਲੇਰਾ ਬਚਨ ਹੈ ਕਿ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਹੁਣ ਦੇਖੋ ਇਹਦੇ ਵਿੱਚ ਧਿਆਏ, ਸਹਾਏ, ਸਿਮਰੋਂ, ਧਿਆਈਐ, ਡਿਠੈ ਤੇ ਸਿਮਰਿਐ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਅੰਮ੍ਰਿਤ ਬੋਲ ਮੈਂ ਇਸ ਕਰਕੇ ਬੇਨਤੀ ਕੀਤੀ। ਕੁਝ ਲੋਕ ਇਹ ਕਹਿ ਰਹੇ ਨੇ ਕਿ ਜੋਤ ਇੱਕ ਹੈ, ਇਹ ਵੱਖ-ਵੱਖ ਕਿਉਂ ਗੱਲਾਂ ਕੀਤੀਆਂ ਜਾ ਰਹੀਆਂ। ਮੈਂ ਬੇਨਤੀ ਕਰਾਂ, ਨਹੀਂ, ਜੋਤ ਇੱਕ ਹੋਣ ਦੇ ਬਾਵਜੂਦ ਵੀ ਹਰ ਸਤਿਗੁਰੂ ਦੀ ਆਪਣੀ ਖੇਡ ਹੈ। ਪਰ ਫਿਰ ਬੇਨਤੀ ਕਰਾਂਗਾ, ਹੈ ਉਹ ਏਕਤਾ ਵਿੱਚ ਹੀ ਇੱਕ ਹੀ ਹੈ। ਹੁਣ ਉਦਾਹਰਨ ਦੇ ਤੌਰ ਤੇ ਗੁਰੂ ਅਰਜੁਨ ਸਾਹਿਬ ਆਪ ਗੁਰੂ ਜੋਤ ਦੇ ਮਾਲਕ ਨੇ। ਭੱਟ ਸਾਹਿਬਾਨ ਜੀ ਕਹਿ ਰਹੇ ਨੇ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਤੇ ਉਹ ਧੰਨ ਗੁਰੂ ਅਰਜੁਨ ਦੇਵ ਗੁਰੂ ਨਾਨਕ ਸਾਹਿਬ ਜੀ ਲਈ ਸ਼ਬਦ ਵਰਤ ਰਹੇ ਨੇ ਕਿ ਮੈਂ ਮੂਰਖ ਕੀ ਕੇਤਕ ਬਾਤ ਕਹਿ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਉਹੀ ਹਜ਼ੂਰ ਸ਼ਬਦ ਵਰਤ ਰਹੇ ਨੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਭ ਤੇ ਵੱਡਾ ਸਤਿਗੁਰੂ ਨਾਨਕ ਗੁਰੂ ਅਰਜੁਨ ਸਾਹਿਬ ਜੀ ਸ਼ਬਦ ਵਰਤ ਰਹੇ, ਜਿਨ ਕਲ ਰਾਖੀ ਮੇਰੀ। ਨਹੀਂ ਪਿਆਰਿਓ, ਦੇਖੋ ਇਹ ਸਤਿਗੁਰੂ ਦੀ ਆਪਣੀ ਖੇਡ ਹੈ। ਕਦੀ ਉਹ 72 ਸਾਲ ਦੀ ਉਮਰ 'ਚ ਜਾਮਾ ਪਹਿਨਦੇ ਨੇ, 72 ਸਾਲ ਵਾਲਾ ਜਾਮਾ ਧਾਰਨ ਕਰ ਲੈਂਦੇ ਨੇ, ਤੇ ਕਦੀ 5 ਸਾਲ ਤੇ ਕੁਝ ਮਹੀਨੇ ਦਾ ਜਾਮਾ ਧਾਰਨ ਕਰ ਲੈਂਦੇ। ਆਪਾਂ ਇੱਥੇ ਤਰਕ ਕਰਕੇ ਕਹਾਂਗੇ ਇਹ ਉਮਰ ਕਿੰਨੀ ਕੁਝ। ਫਿਰ ਬੇਨਤੀ ਕਰਾਂ, ਕਦੀ ਖੂਨ ਦਾ ਰਿਸ਼ਤਾ ਦਾਦੇ ਤੋਂ ਪੋਤੇ ਕੋਲ ਜੋਤ ਹੁੰਦੀ ਏ, ਤੇ ਕਦੀ ਪੋਤੇ ਤੋਂ ਬਾਅਦ ਫਿਰ ਦਾਦੇ ਕੋਲ ਚਲੀ ਜਾਂਦੀ ਹੈ। ਅਸਲੀਅਤ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ ਪੋਤੇ ਗੁਰੂ ਹਰਿ ਸਾਹਿਬ ਕੋਲ ਹੁੰਦੀ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਫਿਰ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਚਲੀ ਜਾਂਦੀ ਹੈ। ਨਹੀਂ ਪਿਆਰਿਓ, ਇਹ ਗੁਰੂ ਕੀ ਗਤ ਕੇਵਲ ਗੁਰੂ ਜਾਣੇ। ਪੁਰਾਤਨ ਗੁਰਸਿੱਖ ਜਦੋਂ ਅਸੀਂ ਪੁਰਾਣੀ ਤੋਂ ਪੁਰਾਣੀਆਂ ਸਾਖੀਆਂ ਪੜ੍ਹਦੇ, ਕਈ ਵਾਰੀ ਦਾਸ ਹੈਰਾਨ ਹੁੰਦਾ ਹੈ। ਮੈਂ ਕਹਿੰਦਾ ਇੰਨਾ ਸਿਦਕ ਤੇ ਇੰਨੀ ਨਿਮਰਤਾ ਵਾਲ ਸਾਰੀ ਸਾਖੀ ਸੁਣਾ ਕੇ ਅਖੀਰ ਤੇ ਕੁਝ ਮੈਂ ਐਸੇ ਗ੍ਰੰਥ ਪੜ੍ਹੇ ਪੁਰਾਤਨ, ਸਾਰੀ ਘਟਨਾ ਵੀ ਸੁਣਾ ਦੇਣੀ, ਸੁਣਾਉਣ ਤੋਂ ਬਾਅਦ ਕਹਿਣਾ ਸਾਧ ਸੰਗਤ ਜੀ ਗੁਰੂ ਕੀ ਗਤ ਗੁਰੂ ਜਾਣੇ। ਇਹਦਾ ਮਤਲਬ ਸੁਣਾ ਕੇ ਉਹ ਦਾਵਾ ਨਹੀਂ ਸਨ ਕਰਦੇ, ਉਹ ਕਹਿੰਦੇ ਸਨ ਸਤਿਗੁਰੂ ਦੀ ਖੇਡ ਸਤਿਗੁਰੂ ਕੀ ਜਾਣਦਾ ਹੈ। ਫਿਰ ਮੈਂ ਬੇਨਤੀ ਕਰਾਂ, ਪ੍ਰਕਰਨ ਵਿੱਚ ਰਹਾਂਗੇ ਕਿ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰੂ ਸ਼ਰਣੀ ਚਰਨੀ ਜਾਏ ਪਏ। ਹਜ਼ੂਰ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਨੂੰ ਧੰਨ ਕਹਿਣ ਦਾ ਕੀ ਫਾਇਦਾ ਹੋਵੇਗਾ। ਇੱਕ ਸਵਈਆ ਸੀ ਲਿਆ ਹਜ਼ੂਰ ਦਾ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜਿਸ ਸਤਿਗੁਰੂ ਨੂੰ ਚੇਤੇ ਕੀਤਿਆਂ ਆ ਵੀ ਅੱਖਾਂ ਤੇ ਅੰਦਰ ਦੀਆਂ ਵੀ ਅੱਖਾਂ। ਹੁਣ ਅਸੀਂ ਜਦੋਂ ਕੱਲੇ ਅਰਥ ਮਨ ਰੂਪੀ ਕਰੀ ਜਾਂਦੇ, ਪਿਆਰਿਓ ਮਨ ਤਾਂ ਅਦ੍ਰਿਸ਼ਟ ਹੈ, ਅਦ੍ਰਿਸ਼ਟ ਬੰਦੇ ਦੀ ਪਕੜ ਤੋਂ ਦੂਰ ਹੈ। ਜਿਹੜਾ ਅਦ੍ਰਿਸ਼ਟ ਨੂੰ ਚੇਂਜ ਕਰ ਸਕਦਾ, ਉਹਦੇ ਵਾਸਤੇ ਦ੍ਰਿਸ਼ਟ ਮਨ ਨੂੰ ਠੀਕ ਕਰਨਾ ਕਿੰਨੀ ਕੁ ਵੱਡੀ ਗੱਲ ਹੈ। ਫਿਰ ਬੇਨਤੀ ਸੁਣ,
सतगुरु अंदर दे नेत्र भी ठीक करते हैं ते सतगुरु बाहर दे नेत्रां दी जोत भी बख्शदे। हजूर ने फरमाया कि जे सतगुर सिमरंत नैन के तिमर मिटै खिन, जे सतगुर सिमरंत हृदय हर नाम दिनों दिन, जिन सतगुरु नूं चेते कीतियां दिन रात नाम दी बख्शिश खोर हुंदी, खोर चाह बंदा। जे सतगुर सिमरंत जी की तपत मिटावे, जिस सतगुरु नूं सिमरिया चेते कीतियां अंदर दी जितनी आगे गुरु वो मिटा देंदे। जे सतगुर सिमरंत रिद सिद्ध नव निध पावे, जिस गुरु जी नूं चेते कीतियां रिधियां सिद्धियां नौ निधियां सब कुछ आ जांदा। भट्ट साहब जी वो किहड़े सतगुरु? फिर उत्ते भी शब्द वरतिया, कहन लगे संगत साध संगत जे ये कुछ लेना है ते तुसी गुरु नूं धन कहो। हजूर दे बचन, जे सतगुर सिमरंत रिद सिद्ध नवनिध पावे, सोई रामदास गुर बल भण मिल संगत धन धन करो। फिर बेनती, संगत मिल के गुरु जी नूं धन धन करो, मिल संगत धन धन करो। जे सतगुर लग प्रभ पाईए सो सतगुर सिमरहो, नरो भले पुरुषो। उस सतगुरु नूं धन कहो जिन्हां नूं चेते कीतियां परमात्मा दी प्राप्ति। मेरी बेनती है सतगुरु नूं धन कहांगे ये कुछ मिलता है जदों गुरसिख नूं कोई धन कहंदा। ते मैं भी बेनती करा, जेड़ा गुरु नूं धन कहेगा वो सिख नूं जरूर सन्मानदा है। फिर बेनती है कि आम किसी वड्डे बंदे दा नौकर किसी दे घर चला जाए, पता लग जाए फलाने वड्डे बंदे दा आदमी आए ते लोग अगे लैण वास्ते चले जांदे। ते गुरु के सिखो, जिस कोल गुरु नानक साहब दा सिख आ जाए, जेड़ा गुरु दा अदब करेगा वो सिख दा अदब जरूर करेगा। हजूर ने जे सिख नूं धन कहांगे दा फल की होवेगा? साडे च बड़े प्यारे लफ्ज ने बाबा जी, संत जी, गुरमुख जी, गुर सिख जी, इन्ने प्यारे शब्द ने। जदों किसे नूं कोई जी कह के बुला दिंदा है ते सतगुरु दे अमृत बचनां विच है कि जिस बंदे दे अंदर कमाई वाले ली अदब बन गया, बाकी कमाई छड्डो, ये अदब ही इन्नी को बख्शिश करेगा कि तेरे जमा दियां फाइयां कटदा है। तू गुरसिख नूं धन कह, तेरियां फाइयां कटियां जाणगी। सतगुरु दे अमृत बचन कि तुद सलाहन तिन धन पल्लै, जेड़े तुहानू सलाउंदे ने प्रभु उन्हां कोल नाम धन है। नानक का धन सोई जे को जियो कहे उन्हां को जम की तलब ना होई। जे उन्हां नू जी कोई कह दे, सतगुरु गुरु पंचम पिता, मैं आउणा गुरसिख शब्द शब्द संबंधी, जेड़ा सतगुरु दे चरनां विच डिग पिया ढह पिया। गुरु अर्जुन साहब दे बचन ने, आप सब नू ये चेते ने, पढ़िया जांदा है। ये पाठ सुखमनी साहब दा पाठ कीता जांदा है ते गुरसिख आप बैठे हो सारे वध तो वध बाणी दा पाठ करने वाले। ते मैं ही बेनती करांगा कि ज्यों ज्यों उम्र ढलदी होवे त्यों त्यों वध गुरु नूं प्यार कर। बाबा ईश्वर सिंह नानकसर वाले एक शब्द कहंदे सन, कोई बड़ा वड्डा सरदार पदवी ते बैठा उन्हां कोल आया, मैं रात भी अर्ज कीती सी। वो कहंदे सन, जे पतंग उच्ची गुड्डी उच्ची ले जानी है ते डोर भी लम्मी कर लो। जिदी डोर छोटी ओदी गुड्डी आसमान च कित्थे चढ़नी है। कहने जे उच्चा उठना चाहना है ते नितनेम दी डोर इन्नी उच्ची कर लम्मी कर लै, जिन्नी नितनेम दी डोर लम्मी होवेगी उन्ना गुरु ते उच्चियां ले जाए। मेरी बेनती है, हजूर सच्चे पातशाह जी दे अमृत बचन सुखमनी साहब, उस विच सतगुरु जी ने खास करके ये शब्द वरते कि ओ धनवंत कुलवंत पतवंत जीवन मुक्त जिस हृदय भगवंत। धन 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 जन आया जिस प्रसाद सब जगत तराया, जन आमन का यह स्वभाव जन कै संग चित आवे नाउ, आप मुक्त मुक्त करे संसार, नानक तिस जन को सदा नमस्कार। धन धन सो गुर सिख कहिए। दास एक अमृत बचन गुरु ग्रंथ साहिब की बाणी विचों, वो भी गुरु रामदास जी दे, उसे नूं लै के इसकी व्याख्या अगे बेनती करे। सतगुरु जी ने कुछ पवित्र नाम जेड़े रूहानियत वाले जीवन नाल जुड़े ने, उन्हां बारे एक अमृत बचन ये कहा। पहला
ਕਹਿਣ ਲੱਗੇ ਉਸ ਭਗਤ ਦੇ ਭਾਗ ਬਹੁਤ ਵੱਡੇ। ਆਪ ਸਭ ਨੂੰ ਇਹ ਸ਼ਬਦ ਚੇਤੇ ਹੋਣ ਕਿ ਜਿਹੜਾ ਆਪਣੀ ਰਸਨਾ ਤੋਂ ਪ੍ਰਭੂ ਨੂੰ ਪੁਕਾਰਦਾ ਹੈ। ਦੂਜਾ ਬਚਨ, ਉਹ ਸੰਤ ਬਹੁਤ ਉੱਚੇ ਭਾਗਾਂ ਵਾਲਾ ਜਿਹੜਾ ਕੰਨਾਂ ਨਾਲ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਸੁਣਦੇ ਨੇ। ਤੀਸਰਾ, ਉਹ ਸਾਧ ਬਹੁਤ ਧੰਤਾ ਜੋਗ ਜਿਹੜਾ ਕੀਰਤਨ ਕਰਦੇ ਕਰਦੇ ਗੁਣਾਂ ਦੀ ਖਾਨ ਬਣ ਗਏ। ਚੌਥਾ, ਉਹ ਗੁਰਮੁਖ ਧੰਤਾ ਜੋਗ ਵੱਡੇ ਭਾਗਾਂ ਵਾਲਾ ਜਿਸ ਨੇ ਗੁਰੂ ਦੀ ਸਿੱਖ ਲੈ ਕੇ ਅਵੈੜੇ ਮਨ ਨੂੰ ਜਿੱਤ ਲਿਆ। ਚਾਰਾਂ ਦਾ ਜ਼ਿਕਰ ਕਰਕੇ ਫਿਰ ਗੁਰਸਿੱਖ ਦਾ ਜ਼ਿਕਰ ਕੀਤਾ। ਹਜ਼ੂਰ ਦੇ ਬਚਨ ਨੇ ਕਿ ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਹੈ, ਕਿ ਜਿਹੜਾ ਆਪਣੇ ਮੁਖ ਤੋਂ ਨਾਮ ਬੋਲੇ, ਪ੍ਰਭੂ ਦੀ ਸਿਫਤ ਕਰੇ, ਉਹਦੀਆਂ ਸਲਾਹਤਾਂ ਕਰੇ। ਤੇ ਦੇਖੋ ਇਸ ਰਸਨਾ ਵਿੱਚ ਇੰਨੀ ਤਾਕਤ। ਹੁਣ ਬੜੇ ਸਵਾਲ ਨੇ ਕਿ ਜੀ ਸਿਫਤ ਕਰਕੇ ਕੀ ਮਿਲ ਜਾਏਗਾ। ਮੈਂ ਬੇਨਤੀ ਕੀਤੀ, ਜੇ ਸਿੱਖ ਨੂੰ ਧੰਨ ਕਹੋ ਤੇ ਜਮਾਂ ਦੀ ਫਾਈ ਕੱਟੀ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਦੇ ਹਜ਼ੂਰ ਦੇ ਬਚਨ ਨੇ, ਕਹਿੰਦੇ ਨੇ ਜਿਹੜਾ ਸਿਫਤ ਕਰੇਗਾ ਸਿਫਤ ਤੋਂ ਟੁੱਟਿਆ ਹੋਇਆਂ ਨੂੰ ਜੋੜ ਦੇਵੇਗੀ। ਇਹ ਨਿਰਾਰਥਕ ਸ਼ਬਦ ਨੇ। ਮੰਨ ਲਓ ਇੱਥੇ ਵਾਹਿਗੁਰੂ ਸ਼ਬਦ ਵਰਤਨੇ, ਬਾਣੀ ਆਪਾਂ ਪੜ੍ਹਨੇ, ਕਿਹਾ ਜਾਂਦਾ ਹੈ ਵਾਰ-ਵਾਰ ਸ਼ਬਦ ਕਿਉਂ ਆਪਾਂ ਕਹਿ ਰਹੇ, ਕੀ ਸ਼ਬਦ ਵਿੱਚ ਪਿਆ ਹੈ। ਤੇ ਹਾਲਾਂਕਿ ਸਭ ਤੋਂ ਵੱਡੀ ਗੁਰਮਤ ਵਿੱਚ ਦਾਤ ਹੀ ਇਹ ਕਿ ਕਿਸੇ ਨੂੰ ਪਰਮਾਤਮਾ ਦੀ ਸਿਫਤ ਕਰਨ ਦੀ ਜਾਚ ਆ ਜਾਏ। ਤਾਂ ਹੀ ਸਤਿਗੁਰੂ ਨੇ ਫਰਮਾਇਆ ਕਿ ਜਿਹਨੂੰ ਸਿਫਤ ਮਿਲ ਜਾਏ ਉਹ ਕੰਗਾਲ ਨਹੀਂ ਹੁੰਦਾ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੁੰਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਮੰਨ ਲਓ ਸੋਨੇ ਦਾ ਗਹਿਣਾ ਟੁੱਟ ਜਾਏ ਤੇ ਆਪਾਂ ਉਸ ਨੂੰ ਸੱਟਦੇ ਨੇ, ਉਸ ਟੁੱਟੇ ਹੋਏ ਗਹਿਣੇ ਨੂੰ ਕਿਵੇਂ ਜੋੜਿਆ ਜਾਏਗਾ। ਕੋਈ ਬਰਤਨ ਸੋਨੇ ਦਾ ਟੁੱਟ ਜਾਏ, ਉਸ ਟੁੱਟੇ ਹੋਏ ਭਾਂਡੇ ਨੂੰ ਗੰਢਣ ਵਾਸਤੇ ਸੁਨਾਰ ਵੀਰ ਅੱਗ ਤੋਂ ਕੰਮ ਲਏਗਾ। ਅੱਗ ਟੁੱਟੇ ਹੋਏ ਸੋਨੇ ਨੂੰ ਜੋੜ ਦਿੰਦੀ। ਲੋਹਾ ਟੁੱਟ ਜਾਏ ਤੇ ਲੋਹਾਰ ਵੀਰ ਅੱਗ ਨਾਲ ਟੁੱਟੇ ਹੋਏ ਲੋਹੇ ਨੂੰ ਜੋੜ ਦਿੰਦਾ ਹੈ। ਗੁਰਮਖੋ, ਇਸ ਤੋਂ ਇਲਾਵਾ ਜੇ ਕਾਂਸੀ ਪਿੱਤਲ ਦਾ ਭਾਂਡਾ ਟੁੱਟ ਜਾਏ ਤੇ ਠਠਿਆਰ ਅੱਗ ਲੈ ਕੇ ਉਸ ਪਿੱਤਲ ਤੇ ਕਾਂਸੀ ਨੂੰ ਦੁਬਾਰਾ ਜੋੜ ਦਿੰਦਾ ਹੈ। ਮੈਂ ਬੇਨਤੀ ਕਰਾਂ, ਜਿਵੇਂ ਅੱਗ ਸੋਨੇ ਨੂੰ, ਲੋਹੇ ਨੂੰ ਤੇ ਪਿੱਤਲ ਕਾਂਸੀ ਨੂੰ ਟੁੱਟਿਆਂ ਨੂੰ ਜੋੜ ਦਿੰਦੀ ਏ, ਜਿਹੜਾ ਰੱਬ ਦੀ ਸਿਫਤ ਕਰੇ, ਗੁਰੂ ਦੀ ਸਿਫਤ ਕਰੇ, ਉਹ ਕਰੋੜਾਂ ਜਨਮਾਂ ਦਾ ਟੁੱਟਾ ਹੋਇਆ ਸਿਫਤ ਨਾਲ ਜੁੜ ਜਾਂਦਾ ਹੈ। ਸਤਿਗੁਰੂ ਦੇ ਬਚਨ ਨੇ, ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹਦੇ ਅਖੀਰ ਚ ਇੱਕ ਬਚਨ ਕਿਹਾ, ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਜਿਹੜਾ ਸਿਫਤ ਕਰੇਗਾ, ਗੰਢ ਦਾ ਅਰਥ ਉਹਦਾ ਮਿਲਾਪ, ਉਹਦਾ ਜੋੜ, ਉਹਦੀ ਪਰਮਾਤਮਾ ਨਾਲ ਸਾਂਝ ਪਏਗੀ ਜਿਹੜਾ ਸਿਫਤ ਕਰਦਾ। ਇੱਥੇ ਪਹਿਲਾ ਬਚਨ ਕਿਹਾ, ਧੰਨ ਧੰਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤੇ ਆ। ਜਿਹੜੇ ਆਪਣੇ ਮੁਖ ਤੋਂ ਹਰੀ ਦਾ ਨਾਮ ਕਹਿੰਦੇ ਨੇ ਉਹ ਧੰਤਾ ਜੋਗ ਨੇ। ਤੇ ਭਗਤ ਕੌਣ? ਦਾਸ ਪਿਛਲੇ ਦਿਨੀ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਭਗਤ ਸ਼ਬਦ ਦੀ ਵਰਤੋਂ ਸਤਿਗੁਰੂ ਨੇ ਬਹੁਤ ਵਾਰ ਕੀਤੀ। ਤੇ ਜਦੋਂ ਭਗਤ ਦੀ ਪਰਿਭਾਸ਼ਾ, ਭਗਤ ਕੌਣ ਹੈ, ਭਗਤ ਦਾ ਜੀਵਨ ਕੀ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ੇਖ ਬਾਬਾ ਫਰੀਦ ਸਾਹਿਬ ਜੀ, ਉਹਨਾਂ ਦਾ ਇੱਕ ਸ਼ਲੋਕ ਉਹ 3 ਗੁਣ ਦਾ ਜ਼ਿਕਰ ਕਰਦਾ ਹੈ ਕਿ ਭਗਤ ਐਸਾ ਹੁੰਦਾ ਹੈ। ਉਹ ਬਚਨ ਨੇ, ਮਤ ਖੁੰਦੀ ਹੋਏ ਇਹ ਆਣਾ, ਤਾਣ ਖੁੰਦਾ ਹੋਏ ਨਿਤਾਣਾ। ਮਤ ਹੈ, ਪਰ ਮੇਰੀ ਬੇਨਤੀ ਹੈ ਕਿ ਇਹ ਨਹੀਂ ਕਿ ਭਗਤ ਨੂੰ ਸੋਝੀ ਨਹੀਂ। ਸੱਚ ਇਹ ਕਿ ਭਾਈ ਸਾਹਿਬ ਨੇ ਤਾਂ ਕਿਹਾ, ਅੰਦਰੋਂ ਸਿਆਣਾ ਬਾਹਰ ਭੋਲਾ। ਉਹ ਬਾਹਰੋਂ ਭੋਲਾ, ਅੰਦਰ ਸਾਰੀ ਸਮਝ ਹੈ, ਅਕਲ ਹੈ। ਪਰ ਜਦੋਂ ਸਤਿਗੁਰੂ ਦੇ ਸਾਹਮਣੇ ਜਾਂਦਾ ਹੈ, ਉਹ ਆਪਣੀ ਮਤ ਦਾ, ਆਪਣੀ ਅਕਲ ਦਾ ਮੱਥਾ ਟੇਕ ਦਿੰਦਾ ਹੈ। ਕਦੀ ਵੀ ਭਗਤ ਆਪਣੀ ਮਤ ਦਾ ਦਾਅਵਾ ਨਹੀਂ ਕਰਦਾ। ਮਤ ਖੁੰਦੀ ਹੋਏ ਇਹ ਆਣਾ। ਦੂਸਰਾ ਬਚਨ, ਤਾਣ ਖੁੰਦਾ ਹੋਏ ਨਿਤਾਣਾ। ਤਾਕਤ ਨਹੀਂ ਕਿ ਇੱਕ ਲਫ਼ਜ਼ ਉਹ ਜ਼ਬਾਨ ਤੋਂ ਬੋਲਣ ਤੇ ਪ੍ਰਮਾਤਮਾ ਇੱਕ ਲਫ਼ਜ਼ ਨਾਲ, ਇੱਕ ਸ਼ਬਦ ਨਾਲ ਸਾਰੀ ਧਰਤੀ ਨੂੰ ਅਸਮਾਨ ਤੇ ਟੰਗ ਸਕਦੇ ਨੇ। ਪਰ ਭਗਤ ਨਾਮਦੇਵ ਤਨ ਤੇ ਖੰਡਾ ਜਾਂਦੇ ਨੇ, ਪਰ ਉਸ ਤਾਨ ਨੂੰ ਆਪਣੇ ਅੰਦਰ ਜਰ ਲਿਆ। ਮਤ ਖੁੰਦੀ ਹੋਏ ਇਹ ਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ। ਜੇ ਕਿਸੇ ਕੋਲ ਥੋੜੇ ਤੋਂ ਥੋੜਾ ਵੀ ਹੋਵੇ, ਸਿੱਖ ਨੂੰ ਤਾਂ ਗੁਰੂ ਜੀ ਨੇ
ਇੰਨੀ ਕੁ ਬਰਕਤ ਦਿੱਤੀ ਹੈ। ਕਈ ਵਾਰੀ ਦਾਸ ਬੇਨਤੀ ਕਰਦਾ ਹੈ, ਜੇ ਵੰਡਣ ਦੀ ਨੀਅਤ ਹੋਵੇ ਤੇ ਤਿਲ ਵੀ ਗੁਰਦੇਵ ਵੰਡ ਕੇ ਸਿੱਧਾਂ ਨੂੰ ਪਾਣੀ ਰਾਹੀਂ ਜਲ ਰਹੀ ਛਕਾ ਦਿੰਦੇ ਨੇ। ਜੇ ਬੰਦੇ ਦੀ ਨੀਅਤ ਵੰਡਣ ਦੀ ਨਾ ਹੋਵੇ ਤੇ ਲੱਖਾਂ ਹੋ ਕੇ ਵੀ ਕੰਜੂਸੀ ਵਰਤੀ ਜਾਂਦਾ। ਹਜ਼ੂਰ ਕਹਿੰਦੇ ਨੇ, ਮਤ ਖੈ ਪਰ ਨਿਆਣਾ, ਤਾਣ ਖੈ ਪਰ ਨਿਤਾਣਾ। ਉਹਦੇ ਕੋਲ ਅੱਧਾ ਪ੍ਰਸ਼ਾਦਾ ਵੀ ਖੈ ਤੇ ਉਹਨੂੰ ਵੀ ਕਹਿੰਦਾ, ਭਾਈ ਸੱਜਣਾ ਲੋੜਵੰਦ ਨੂੰ ਦੇ ਦਿਓ। ਇੱਥੋਂ ਤੱਕ ਰਤਨ ਸਿੰਘ ਨੇ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਉਹਨਾਂ ਨਵੀਨ ਪੰਥ ਪ੍ਰਕਾਸ਼, ਉਸ ਵਕਤ ਦੇ ਸਿੱਖਾਂ ਦਾ ਜਿਹੜਾ ਕਿਰਦਾਰ, ਕਰੈਕਟਰ, ਆਚਰਨ ਦਾ ਜ਼ਿਕਰ ਕੀਤਾ। ਜਿਵੇਂ ਆਪ ਜੀ ਸੁਣ ਰਹੇ ਸੀ ਕਿ 84 ਦੇ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਦੇਖੋ ਇੱਕ ਬੇਨਤੀ ਹੈ। ਹਰ ਸਦੀ 'ਚ ਜਿਤਨੀਆਂ ਸਦੀਆਂ ਪਿਛੇ ਲੰਘੀਆਂ, ਤੁਸੀਂ ਪਹਿਲੇ ਸ਼ਹੀਦ ਭਾਈ ਤਾਰੂ ਤੋਂ ਜੇ ਸ਼ੁਰੂ ਕਰੋ। ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਭਾਈ ਸਾਹਿਬ ਨੇ ਪਹਿਲੀ, ਜਦੋਂ ਸਿੱਖਾਂ ਦੀ ਭਗਤਮਾਲ ਕਹਿ ਲੋ, ਸਿੱਖਾਂ ਦੀ ਨਾਮਾਵਲੀ ਹੈ ਜਿਹੜੀ, ਪਹਿਲਾ ਭਾਈ ਤਾਰੂ ਜੀ ਨੂੰ ਕਿਹਾ ਹੈ। ਗੁਰਸਿੱਖ ਭਾਈ ਤਾਰੂ ਸਿੰਘ ਨੇ, ਆਪ ਜਾਣਦੇ ਹੋ ਕਿ ਲਾਹੌਰ ਇਹਨਾਂ ਨੂੰ ਬਲਦੀ ਹੋਈ ਅੱਗ ਵਿੱਚ ਬਾਬਰ ਦੇ ਸਿਪਾਹੀਆਂ ਨੇ ਸੱਟਿਆ ਸੀ। ਸਾਡੇ ਸ਼ਹੀਦ ਚ ਪਹਿਲਾ ਭਾਈ ਤਾਰੂ ਜੀ ਦਾ ਜ਼ਿਕਰ ਹੁੰਦਾ ਹੈ। ਉਸ ਤੋਂ ਬਾਅਦ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਦਿਨ ਆਪਾਂ ਹੁਣ ਮਨਾਉਣ ਜਾ ਰਹੇ ਹਾਂ। ਤੇ ਪਿਆਰਿਓ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਸ਼ਹਾਦਤ 84 ਤੋਂ ਪਹਿਲਾਂ ਵੀ ਹਰ ਸਾਲ ਸਿੱਖ ਮਨਾਉਂਦੇ ਸਨ, ਪਰ ਉਹ ਸੱਚੀ ਸਰਕਾਰ ਦੀ ਸ਼ਹਾਦਤ ਦੇ ਨਾਲ 84 ਦਾ ਉਹ ਘੱਲੂਘਾਰਾ ਜੁੜ ਗਿਆ। ਜਦੋਂ ਵੀ ਅਸੀਂ ਅੱਜ ਗੁਰੂ ਅਰਜੁਨ ਦੇਵ ਦਾ ਸ਼ਹਾਦਤ ਵਾਲਾ ਦਿਨ ਮੰਨਦੇ ਹਾਂ, ਉਸੇ ਵਕਤ ਸਾਡੇ ਸਾਹਮਣੇ ਦਰਬਾਰ ਸਾਹਿਬ ਦਾ ਘੱਲੂਘਾਰਾ ਆ ਜਾਂਦਾ ਹੈ। ਮੈਂ ਉਸ ਦਿਨ ਅਰਜ਼ ਕੀਤੀ ਸੀ, ਘੱਲੂਘਾਰੇ ਦੇ ਆਖਰੀ ਅਰਥ ਨੇ ਸਰਬਨਾਸ਼, ਤਬਾਹੀ ਤੇ ਬਰਬਾਦੀ। ਅਸੀਂ ਸ਼ਬਦ ਵਰਤਨੇ ਘੱਲੂਘਾਰਾ, ਤੇ 3 ਘੱਲੂਘਾਰੇ ਖਾਸ ਕਰਕੇ। ਇੱਕ ਕਾਹਨੂੰਵਾਨ ਦੇ ਸ਼ੰਭ ਦਾ, ਯਾਦ ਰੱਖਿਓ, ਉਹ ਵੀ ਜੂਨ ਦਾ ਜੇ, ਮਾਰਚ ਤਕਰੀਬਨ ਸ਼ੁਰੂ ਹੁੰਦਾ। ਲਖਪਤ ਰਾਏ ਕਹਿੰਦਾ, ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾਣਾ, ਉਹ ਵੀ ਜੂਨ ਦੇ ਪਹਿਲੇ ਹਫ਼ਤੇ ਇੰਨਾ ਕੁ ਕਹਿਰ ਢਹਿੰਦਾ ਹੈ। ਤੇ ਰਤਨ ਸਿੰਘ ਭੰਗੂ ਨੂੰ ਇਹ ਸ਼ਬਦ ਕਹਿਣੇ ਪੈਂਦੇ ਨੇ। ਇੱਕ ਪਾਸੇ ਰਾਵੀ ਹੈ, ਉਹ ਇੱਥੋਂ ਤੱਕ ਲਿਖਦਾ ਹੈ ਕਿ ਘਰ ਤੇ ਕੱਢੇ ਸਿੰਘ ਬਨ ਲੁਕੈ, ਬਨ ਤਜ ਨੀਰ ਲੁਕਾਏ, ਨੀਰ ਲੁਕੇ ਜੋ ਨਾ ਬਚੇ, ਕਹੋ ਸਿੰਘ ਕੱਤ ਜਾ। ਉਸ ਵਕਤ 10,000 ਤੋਂ ਜ਼ਿਆਦਾ, ਕਿਉਂਕਿ ਗਿਣਤੀ 'ਚ ਥੋੜਾ ਬਾਤਾ ਵਿਦਵਾਨ ਫਰਕ ਪਾਉਂਦੇ, 15,000 ਕੋਈ 12, ਪਰ 10,000 ਤੋਂ ਜ਼ਿਆਦਾ ਸਿੱਖ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਉਸ ਤੋਂ ਬਾਅਦ ਅਸੀਂ ਦੇਖਨੇ ਖਾਂ ਵੱਡਾ ਘੱਲੂਘਾਰਾ ਆਉਂਦਾ ਹੈ, ਕੁੱਪਰ ਖੇੜੇ ਦਾ ਮੈਦਾਨ, ਜਿੱਥੇ ਅਬਦਾਲੀ ਦੁਰਾਨੀ ਦੀ ਫੌਜ ਨੇ ਸਾਡੇ ਕਾਫਲੇ ਨੂੰ, ਸਿੱਖਾਂ ਦੇ ਕਾਫਲੇ ਨੂੰ ਘੇਰ ਕੇ ਪੌਣੀ ਕੌਮ ਇੱਕ ਦਿਨ ਦੇ ਵਿੱਚ ਸ਼ਹੀਦ ਕਰ ਦਿੱਤੀ ਗਈ। ਕੋਈ ਥੋੜੀ ਨਹੀਂ, ਸਾਰਿਆਂ ਨੂੰ ਸ਼ਹੀਦ ਕਰਕੇ ਉਹ ਜਸ਼ਨ ਮਨਾਉਂਦਾ ਪਿਆ। ਤੇ ਇੱਕ ਬਜ਼ੁਰਗ ਜਿਹਦੇ ਤਨ ਤੇ 19 ਫੱਟ, ਕੁਝ ਵਿਦਵਾਨ ਕਹਿੰਦੇ ਲੱਗੇ, ਉਹ ਖੂਨ ਨਾਲ ਭਿੱਜਾ ਹੋਏ ਉਹਦੇ ਬਸਤਰ ਹੋਸ਼ ਆਈ ਤੇ ਉਸ ਦੇ ਟੈਂਟ ਕੋਲ ਜਾ ਕੇ ਕਹਿੰਦਾ, ਅਬਦਾਲੀ ਕਾਹਦੇ ਜਸ਼ਨ ਮਨਾ ਰਿਹਾ ਹੈ, ਅਜੇ ਤਤ ਬਾਕੀ ਹੈ, ਜੇ ਤੇਰੇ ਚ ਦਮ ਹੈ ਤੇ ਮੇਰੇ ਨਾਲ 2 ਹੱਥ ਕਰ। ਇਹ ਕਿਹੜੀ ਤਾਕਤ ਸੀ ਕਿ ਜਿਹੜੀ ਸਿੱਖ ਡਿੱਗੇ ਹੋਏ ਨੂੰ ਇੰਨੀ ਬਖਸ਼ਿਸ਼ ਦਿੰਦੀ ਹੈ। ਗੁਰਮੁਖੋ, ਕੱਲਾ ਬਾਹਰ ਮੁਖੀ ਲੜ ਕੇ ਮਰ ਜਾਣਾ ਕੇਵਲ ਪ੍ਰਵਾਨ ਨਹੀਂ, ਅੰਦਰੋਂ ਬੰਦਗੀ ਕਰਕੇ ਮਰ ਜਾਣਾ ਰੱਬ ਦੇ ਦਰ ਤੇ ਪ੍ਰਵਾਨ ਹੈ। ਸਿਮਰਨ ਵੀ ਹੋਵੇ, ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਬਚਨ ਕਿਹਾ, ਨਾ ਭੀਜੈ ਭਿੜ ਮਰੈ ਭਿੜ ਸੂਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਰੱਬ ਪ੍ਰਭੂ ਨਹੀਂ ਭੇਜਦੇ ਕੇਵਲ ਬਾਹਰ ਮੁਖੀ ਲੜ ਕੇ ਮਰਨ ਨਾਲ। ਕਹਿਣ ਲੱਗੇ, ਉਹਨਾਂ ਤੇ ਭੇਜਦਾ ਜਿਨ੍ਹਾਂ ਦੇ ਅੰਦਰ ਸਿਮਰਨ ਚ। ਇਹਨੂੰ ਹਜ਼ੂਰ ਨੇ ਕਿਹਾ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ। ਉਸ ਦੇ ਮੁਖ ਚ ਉਸ ਦਿਨ ਦਾਸ ਨੇ ਬੇਨਤੀ ਕੀਤੀ ਹੈ, ਜਾਪ ਸਾਹਿਬ ਦੀ ਪਵਿੱਤਰ ਬਾਣੀ ਹੈ। ਪਿਆਰਿਓ, ਇਸ ਬਾਣੀ ਨੂੰ ਕਿਤੇ ਕੱਲਿਆਂ ਇਕਾਂਤ ਚ ਬੈਠ ਕੇ ਪੁਕਾਰੋ। ਧੰਨ ਗੁਰੂ ਗੋਬਿੰਦ ਸਿੰਘ ਦੀ ਇੰਨੀ ਵੱਡੀ ਬਖਸ਼ਿਸ਼। ਸਿੱਖ ਰੋਜ਼ਾਨਾ ਆਪਣੇ ਰੱਬ ਨਾਲ ਸਿੱਧੀਆਂ ਗੱਲਾਂ ਕਰਦਾ ਹੈ, ਸਿੱਧੇ ਬਾਤ। ਹੁਣ ਵੇਖੋ, ਇੱਕ ਸ਼ਬਦ ਅਸੀਂ ਵਰਤਨੇ ਆ, ਪ੍ਰਭੂ ਕਿਰਪਾ ਕਰਿਓ, ਪ੍ਰਭੂ ਕਿਰਪਾ ਕਰਨਗੇ। ਉਹਦੇ ਵਿੱਚ ਤਾਂ ਸਿੱਧੇ ਸ਼ਬਦ ਵਰਤਮਾਨ ਦੇ ਨੇ, ਪ੍ਰੈਜੈਂਟ ਹੈ ਕਿ ਜ਼ਾਰ ਜ਼ਹੂਰ ਹੈ ਮਤਲਬ ਤੂੰ ਮੇਰੇ ਕੋਲ ਹੈ, ਕਿ ਹਾਜ਼ਰ ਹਜ਼ੂਰ ਹੈ, कि साहिब दिमाग हैं, कि हुस्नुल चिराग हैं,
ਤੇ ਦਾਸ ਨੇ ਉਸ ਦਿਨ ਬੇਨਤੀ ਕੀਤੀ ਸੀ, ਦੋ ਕਾਲ ਹੀ ਬੰਦੇ ਨੂੰ ਟਿਕਣ ਦਿੰਦੇ, ਇੱਕ ਜਨਮ ਦਾ ਤੇ ਇੱਕ ਮੌਤ ਦਾ। ਸੱਚ ਇਹ ਵੇ ਜਿਹਨੂੰ ਗੁਰੂ ਕਲਗੀਧਰ ਜੀ ਦੇ ਜਾਪ ਦੀ ਸਮਝ ਪੈ ਜਾਏ, ਉਹਦੇ ਦੋਨੋਂ ਕਾਲ ਵੀ ਮੁੱਕ ਜਾਂਦੇ ਨੇ ਤੇ ਗੁਰੂ ਅੰਗ ਸੰਗ ਹੋ ਜਾਂਦਾ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ। ਦੋ ਕਾਲੰਗ ਪ੍ਰਣਾਸ਼ੀ ਦਇਆਲ ਸਰੂਪੇ ਸਦਾ ਅੰਗ ਸੰਗੇ, ਅਭੰਗੰਗ ਭੂਤੇ। ਉਸ ਤੋਂ ਬਾਅਦ ਤੀਸਰਾ ਘੱਲੂਘਾਰਾ। ਤੇ ਮੈਂ ਫਿਰ ਬੇਨਤੀ ਕਰਾਂ, ਸ਼ਹਾਦਤਾਂ ਦੇ ਕਾਫਲੇ ਦਾ ਸਿੱਖਾਂ ਵਿੱਚ ਕਦੀ ਐਂਡ ਨਹੀਂ ਹੋਣਾ। ਹਰ ਸਦੀ ਵਿੱਚ ਸ਼ਹੀਦ ਹੋਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਾਂ ਵਿੱਚ ਸ਼ਹੀਦ ਹੁੰਦੇ ਰਹਿਣਗੇ, ਕਿਉਂਕਿ ਸਿੱਖਾਂ ਨੂੰ ਹਜ਼ੂਰ ਨੇ ਦਾਤ ਹੀ ਇੱਕ ਐਸੀ ਦੇ ਦਿੱਤੀ ਹੈ, ਦਰਬਾਰ ਸਾਹਿਬ ਦੀ ਪਰਿਕਰਮਾ, ਜਿੱਥੇ ਟੈਂਕਾਂ ਤੋਪਾਂ, ਪਰ ਯਾਦ ਰੱਖਿਓ ਖਾਲੀ ਹੱਥ ਨਹੀਂ ਜਾਣ ਦਿੱਤੇ। ਹਜ਼ੂਰ ਸਤਿਗੁਰੂ ਦੇ ਸਿੱਖ ਉੱਥੇ ਜੂਝ ਮਰੇ। ਮੈਂ ਬੇਨਤੀ ਕਰਾਂ, ਮੈਨੂੰ ਯਾਦ ਹੈ ਪੂਰਨ ਸਿੰਘ ਪ੍ਰੋਫੈਸਰ ਦੇ ਸ਼ਬਦ, ਉਹ ਕਹਿੰਦਾ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਜਾਣਾ ਹੈ ਤੇ ਧਿਆਨ ਨਾਲ ਪੈਰ ਰੱਖੀ। ਤੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸ਼ਹਾਦਤ ਇੱਕ ਬੜੀ ਵੱਡੀ ਰੱਬ ਦੀ ਤਰਸ ਹੈ। ਦੱਸਦੇ ਨੇ ਕਿ ਜਰਨਲ ਭਾਈ ਸ਼ਬੇਗ ਸਿੰਘ ਜਦੋਂ ਸ਼ਹਾਦਤ ਦਾ ਜਾਮ ਪੀਣ ਲੱਗੇ, ਜੋ ਅਸੀਂ ਸੁਣਿਆ ਹੈ, ਕਿਉਂਕਿ ਤੁਸੀਂ ਬੈਠੇ ਹੋ ਟਕਸਾਲ ਨਾਲ ਸੰਬੰਧਿਤ ਦੇਖਿਆ, ਉਹ ਕਹਿੰਦੇ ਨੇ ਇੱਕੋ ਗੱਲ ਕਹਿੰਦੇ ਸਨ ਅੰਤਲੇ ਸਮੇਂ ਕਹੀ, ਮੇਰੀ ਇੱਛਾ ਸੀ ਕਿ ਮੇਰੇ ਜੀਵਨ ਦਾ ਅੰਤ ਉੱਥੇ ਹੋਵੇ ਜਿੱਥੇ ਮੇਰੇ ਪੁਰਖਿਆਂ ਦੀ ਬਹੁਤ ਵੱਡੀ ਥਾਂ ਹੋ, ਜਿੱਥੇ ਮੇਰੇ ਪੁਰਖਿਆਂ ਦੀ ਵੱਡੀ ਥਾਂ ਹੋਵੇ। ਕਿਹਾ ਜਾਂਦਾ ਉਸ ਵਕਤ ਬਾਬਾ ਜੀ ਨੇ ਪੁੱਛਿਆ ਕੋਈ ਇੱਛਾ, ਜੋ ਮੈਂ ਸੁਣਿਆ, ਕਹਿਣ ਲੱਗੇ ਬਸ ਇੱਕੋ ਅਰਦਾਸ ਕਰੋ, ਮੈਂ ਸਿੱਖੀ ਦੇ ਜਾਮਾ ਹਰ ਜਨਮ ਸਿੱਖ ਬਣ ਕੇ ਆਵਾਂ ਤੇ ਹਰ ਜਨਮ ਮੈਨੂੰ ਸ਼ਹਾਦਤ ਦੀ ਦਾਤ ਮਿਲਦੀ ਰਹੇ। ਉਸ ਪਰਿਕਰਮਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਜਦੋਂ ਮੱਥਾ ਟੇਕਣਾ, ਮੈਂ ਇਹ ਕੱਲਾ ਤੁਹਾਡੇ ਕੋਲ ਨਹੀਂ ਕਿ ਤੁਸੀਂ ਸ਼ਰਧਾ ਵਾਲੇ ਤਾਂ ਸੱਚ ਇਹ ਵੇ ਆਪ ਜੀ ਨੂੰ ਵੀ ਪਤਾ ਹੈ ਕਿ ਨਾਸਤਿਕਤਾ ਦਾ ਧਰਮ ਦੇ ਭੇਖ ਥੱਲੇ ਕੀਤੇ ਜਾ ਰਹੇ ਨਾਸਤਿਕਤਾ ਦੇ ਪ੍ਰਚਾਰ ਲਈ ਕਿੰਨਾ ਕੁਝ ਮੈਨੂੰ ਵੀ ਅੰਦਰੋਂ ਸਹਿਣਾ ਪੈਂਦਾ, ਬਹੁਤ ਕੁਝ ਸਹਿਣਾ ਪੈ ਰਿਹਾ, ਪਰ ਸਚਾਈ ਤਾਂ ਸਚਾਈ ਹੈ। ਅਬਦਾਲੀ ਨੇ, ਮੱਸੇ ਨੇ, ਲਖਪਤ ਨੇ ਕੋਈ ਤੋਪਾਂ ਲੈ ਕੇ ਆਇਆ, ਕੋਈ ਘੋੜਿਆਂ ਦੀ ਲਿੱਦ ਤੇ ਮਿੱਟੀ ਲੈ ਕੇ ਆਇਆ, ਉਹ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਂਦੇ ਪਏ ਸਨ। ਅੱਜ ਸਾਡੇ ਵਾਚਕ ਗਿਆਨੀ ਆਪਣੀ ਕਥਾ ਨਾਲ ਉਡਾਉਣ ਤੇ ਤੁਲੇ ਹੋਏ। ਵਾਰ ਤਾਂ ਵਾਰ ਹੀ ਹੈ, ਭਾਵੇਂ ਵਾਰ ਸ਼ਬਦਾਂ ਦਾ ਕਰੋ ਤੇ ਭਾਵੇਂ ਤੋਪ ਦਾ ਕਰੋ। ਹਰਮੰਦਰ ਸਾਹਿਬ ਸਾਡਾ ਅੰਦਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਮੈਂ ਇੱਥੇ ਬੇਨਤੀ ਕਰਾਂਗਾ, ਸੱਚੇ ਪਿਛਲੇ ਦਿਨੀ ਜਦੋਂ ਉਸ ਤਖਤ ਤੇ ਬਖਸ਼ੀਸ਼ ਮਿਲੀ, ਇਸ ਕਰਕੇ ਨਹੀਂ ਮੈਂ ਹੰਕਾਰ ਚ ਨਾ ਜਾਇਓ, ਉਸ ਤਖਤ ਦੇ ਸਾਹਮਣੇ ਖਲੋਤਿਆਂ ਇੱਕ ਗੱਲ ਦਾ ਅਹਿਸਾਸ ਹੋਇਆ, ਬੰਦਾ ਕੋਈ ਵੀ ਉੱਥੇ ਹੋਵੇ ਪਰ ਉਸ ਤਖਤ ਦੀ ਅਜ਼ਮਤ ਕਦੀ ਵੀ ਖਤਮ ਨਹੀਂ ਹੋ ਸਕਦੀ। ਉੱਥੇ ਉਹ ਰਹਿਮਤ ਅੱਜ ਵੀ ਵਰਦੀ ਹੈ। ਅੰਮ੍ਰਿਤ ਵੇਲੇ ਕਦੇ ਕੋਠਾ ਸਾਹਿਬ ਦੇ ਸਾਹਮਣੇ ਹਜ਼ੂਰ ਦੇ ਅਜੇ ਪ੍ਰਕਾਸ਼ ਹੋਣਾ ਹੈ, ਸਿੰਘ ਸਾਹਿਬ ਨੇ ਹੋਣਾ, ਕਿਤੇ ਚੌਂਕੜਾ ਮਾਰ ਕੇ ਕੋਠਾ ਸਾਹਿਬ ਦੇ ਸਾਹਮਣੇ ਬੈਠ ਕੇ ਸਿਮਰਨ ਕਰਕੇ ਦੇਖੋ ਅਕਾਲ ਤਖਤ ਸਾਹਿਬ ਤੇ ਕਿੰਨੀ ਕੁ ਰਹਿਮਤ ਵਰਦੀ ਹੈ। ਕਿਉਂਕਿ ਸਿੱਖੀ ਜੀਵਨ ਜਾਤ ਤੇ ਸਿੱਖੀ ਗੱਲਾਂ ਬਾਤਾਂ ਨਹੀਂ। ਉਹ ਕਹਿੰਦੇ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਚ ਲੰਘਣ ਵਾਲਿਆ, ਤੂੰ ਪੱਥਰਾਂ ਤੇ ਮਾਰਬਲ ਤੇ ਪੈਰ ਰੱਖ ਕੇ ਤੇਜ਼ੀ ਨਾਲ ਲੰਘ ਰਿਹਾ, ਕਿਉਂਕਿ ਉਦੋਂ ਇਸ ਤਰ੍ਹਾਂ ਪਰਿਕਰਮਾ ਨਹੀਂ ਸੀ ਜਿਵੇਂ ਹੁਣ ਬਣ ਗਈ। ਸਤਿਗੁਰੂ ਨੇ ਤਾਂ ਹਰਿਆਵਲ ਪੈਦਾ ਕੀਤੀ, ਆਪਾਂ ਇੰਨੇ ਕੁ ਡਰ ਗਏ ਗੁਰੂ ਦੀ ਛੂਹ ਵਾਲੇ ਰੁੱਖਾਂ ਦੇ ਵੀ ਟੁਕੜੇ ਕਰਕੇ ਰੱਖ ਦਿੱਤੇ। ਇਹਨੂੰ ਨਿੰਦਿਆ ਚ ਨਾ ਜਾਇਓ। ਫਿਰ ਮੇਰੀ ਬੇਨਤੀ ਸੁਣਿਓ ਕਿ ਜੇ ਕੱਪੜੇ ਨੂੰ ਗੁਰੂ ਛੂਹ ਗਿਆ ਤੇ ਉਹ ਕੱਪੜਾ ਵੀ ਸਿੱਖ ਲਈ ਪੂਜਨਯੋਗ ਹੈ। ਜੇ ਸਤਿਗੁਰੂ ਨੇ ਰੁੱਖ ਨਾਲ ਘੋੜਾ ਬੰਨ ਦਿੱਤਾ ਤੇ ਉਹ ਰੁੱਖ ਵੀ ਪੂਜਨਯੋਗ ਹੈ। ਪਟਿਆਲੇ ਤੁਸੀਂ ਰੁੱਖ ਦੇਖਦੇ ਸੀ, ਜਿੱਥੇ ਗੁਰੂ ਤੇਗ ਬਹਾਦਰ ਬੈਠੇ ਆਪਾਂ ਉਡਾ ਦਿੱਤਾ। 10 ਬਾਰਾਮੂਲਾ ਗਿਆ, ਗੁਰੂ ਹਰਗੋਬਿੰਦ ਸਾਹਿਬ ਨੇ ਚਿਨਾਰ ਦਾ ਰੁੱਖ, ਕਿਉਂਕਿ ਬਾਰਾਮੂਲੇ ਤੋਂ ਅੱਗੇ ਜਾਓ ਉੜੀ, ਸ਼ਾਇਦ ਆਪ ਗਏ ਹੋਗੇ, ਇੱਕ ਗੁਰਦੁਆਰਾ ਸਾਹਿਬ ਹੁੰਦਾ ਪਰਮ ਪਿਲਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ। ਜਦੋਂ ਦਰਿਆ ਨੂੰ ਪਾਰ ਕਰਕੇ ਜਾਈਦਾ ਤੇ ਉੱਥੇ ਜਾਂਦਿਆਂ ਸਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੱਥ ਪੀਲੇ ਪੈ ਜਾਂਦੇ, ਚਿਹਰਾ ਪੀਲਾ ਲੱਗਣ ਲੱਗ ਪੈਂਦਾ। ਉੱਥੇ ਬਾਹਰ ਮੁਸਲਮਾਨ ਫਕੀਰਾਂ ਦੀ ਦਰਗਾਹ ਹੈ ਤੇ ਅੰਦਰ ਗੁਰੂ ਹਰਗੋਬਿੰਦ ਸਾਹਿਬ, ਮੈਂ ਆਵਾਂਗਾ ਪ੍ਰਕਰਨ ਵਿੱਚ ਕਿ ਅੰਦਰ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ। ਦਾਸ ਉੱਥੇ 2 ਵਾਰ ਗਿਆ ਦਰਸ਼ਨ ਕਰਨ ਲਈ
ਤੇ ਉੱਥੇ ਕਿਹਾ ਜਾਂਦਾ ਜਦੋਂ ਸਤਿਗੁਰੂ ਪਹੁੰਚੇ, ਇਹ ਸਾਖੀ ਆਮ ਤੌਰ ਤੇ ਇਤਿਹਾਸਕਾਰਾਂ ਨੇ ਲਿਖੀ, ਜਦੋਂ ਹਜ਼ੂਰ ਪਹੁੰਚੇ ਤੇ ਪੰਜ ਪੀਰ ਮਹਾਰਾਜ ਜੀ ਲਈ ਨਾਲ ਚਰਚਾ ਗੋਸ਼ਟੀ ਕਰਨਾ ਹੈ। ਹੰਕਾਰ ਹੁੰਦਾ ਬੰਦੇ ਨੂੰ, ਸਤਿਗੁਰੂ ਨੂੰ ਥੱਲੇ ਨੀਵੀਂ ਸਿਲ, ਆਪ ਉੱਚੇ ਬੈਠ ਗਏ। ਪਰਮੇਸ਼ਵਰ ਦੀ ਖੇਡ ਵਾਪਰੀ ਕਿ ਉਹ ਜਿਹੜੀ ਸਿਲ ਸੀ ਹਜ਼ੂਰ ਵਾਲੀ ਉੱਚੀ ਹੋ ਗਈ, ਅੱਜ ਵੀ ਉੱਥੇ ਹੈ, ਉਹਨਾਂ ਵਾਲੀ ਨੀਵੀਂ ਹੋ ਗਈ। ਇਹ ਫਿਰ ਜਦੋਂ ਦੇਖਦੇ ਨੇ ਤੇ ਇਹਨਾਂ ਵਿੱਚੋਂ ਇੱਕ ਉੱਠਿਆ ਜੀ, ਉਹ ਇੱਕੋ ਦਮ ਉੱਡਣ ਲੱਗ ਗਿਆ ਧਰਤੀ ਤੇ। ਮੈਂ ਤਾਂ ਬੇਨਤੀ ਕਰ ਰਿਹਾ, ਇਹ ਅੱਜ ਤੱਥ ਮੌਜੂਦ ਨੇ, ਕਦੀ ਕਸ਼ਮੀਰ ਜਾਇਓ ਪਰ ਉਹ ਘੱਟ ਵੇਖਣ ਨੂੰ ਮਿਲਦਾ ਹੈ। ਕੋਈ ਸਿਫਾਰਿਸ਼ ਹੋਵੇ ਤਾਂ ਸ਼ਾਇਦ ਦਿਖਾ ਦੇਣ, ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ। ਜਿਹੜੀ ਅਗਲੀ ਗੱਲ ਮੈਂ ਬੇਨਤੀ ਕਰ ਲਗਾ, ਉਹ ਜ਼ਮੀਨ ਤੋਂ ਉੱਡੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਆ ਫਰਮਾਇਆ, ਸਾਹਿਬ ਨੇ ਕਿ ਧਰਤੀ ਤੁਰਨ ਵਾਸਤੇ ਵੇ, ਤੂੰ ਪੈਰ ਧਰਤੀ ਤੇ ਲਾਂਦਾ ਨਹੀਂ, ਉੱਡਣਾ ਪਿਆ, ਤੈਨੂੰ ਮਰਨ ਤੋਂ ਬਾਅਦ ਵੀ ਧਰਤੀ ਨੇ ਥਾਂ ਨਹੀਂ ਹੁੰਦੇ। ਇਹ ਲਫ਼ਜ਼ ਕਹਿ। ਦੂਜਾ ਆਇਆ ਜੀ, ਉਹਨੇ ਮੂੰਹ ਚੋਂ ਅੱਗ ਕੱਢੀ। ਸਤਿਗੁਰੂ ਕਹਿੰਦੇ ਤੈਨੂੰ ਹਰ ਸਾਲ ਹੀ ਲੱਗਦੀ ਰਹੇਗੀ। ਜਦੋਂ ਦਾਸ ਗਿਆ, ਉੱਥੇ ਸਾਖੀ ਸੁਣਾਈ ਗਈ ਵੀ ਜਿਹੜਾ ਫਕੀਰ ਉੱਡਦਾ ਸੀ, ਜਦੋਂ ਉਹਦੀ ਡੈਥ ਹੋਈ, ਉਹਦੀ ਮੌਤ ਹੋਈ, ਉਹਦਾ ਤਬੂਤ ਆਪ ਜਿਵੇਂ ਆਪਾਂ ਇੱਥੇ ਡੱਬਾ ਬਣਾਉਂਦੇ ਆ, ਉਹਦਾ ਤਬੂਤ ਤਿਆਰ ਕੀਤਾ ਗਿਆ। ਤੇ ਜਦੋਂ ਜ਼ਮੀਨ ਪੱਟ ਕੇ ਉਹਨੂੰ ਜ਼ਮੀਨ ਦੇ ਵਿੱਚ ਦਫਨਾਉਣ ਲੱਗੇ ਤੇ ਉਹ ਇੱਕੋ ਦਮ ਤਬੂਤ ਰਾਤ ਨੂੰ ਫਿਰ ਉੱਤੇ ਆ ਜਾਏ, ਉਹ ਧਰਤੀ 'ਚ ਨਹੀਂ ਟਿਕਦਾ। ਉਹ ਜਦੋਂ ਦਫਨਾ ਕੇ ਤੁਰੰਤ ਸਵੇਰੇ ਫਿਰ ਉੱਤੇ ਧਰਤੀ ਤੋਂ ਉਹਨਾਂ ਨੇ ਤਬੂਤ ਚੁੱਕਿਆ ਤੇ ਮੱਕੇ ਨੂੰ ਚੱਲ ਪਏ। ਕਹਿੰਦੇ ਰਸਤੇ ਵਿੱਚ ਪਹੁੰਚੀ ਕੋਈ ਪਵਿੱਤਰ ਆਤਮਾ ਫਕੀਰ ਮਿਲਿਆ, ਉਹਨੇ ਕਿਹਾ ਇਹ ਕਿਸੇ ਕਰਨੀ ਵਾਲੇ ਦਾ ਸਰਾਪਿਆ ਹੋਇਆ, ਇਹਨੂੰ ਧਰਤੀ 'ਚ ਕਿਤੇ ਥਾਂ ਨਹੀਂ ਮਿਲਣੀ, ਉਹਨੂੰ ਰੁੱਖ ਉੱਤੇ ਰੱਸਾ ਪਾ ਕੇ ਟੰਗ ਦਿਓ। ਅੱਜ ਤੱਕ ਉਹ ਮਸਜਿਦ ਵਿੱਚ ਉਹ ਤਬੂਤ ਰੁੱਖ ਨਾਲ ਸੰਗਲ ਪਾ ਕੇ ਟੰਗਿਆ ਹੋਇਆ ਅਜੇ ਮੌਜੂਦ ਹੈ। ਪਹਿਲਾਂ ਜਦੋਂ ਨਹੀਂ ਸੀ ਇੰਨੀ ਸੰਕੀਰਨਤਾ, ਉਦੋਂ ਸਾਰੇ ਹੁਣ ਉਹਨਾਂ ਨੇ ਪਰਦਾ ਜਿਹਾ ਕਰ ਦਿੱਤਾ। ਉਹ ਅੱਜ ਤੱਕ ਸਿੰਘ ਸਾਹਿਬ ਪਿਛਲੇ ਦੀ ਗਏ, ਉਹ ਦੇਖ ਕੇ ਆਏ ਕਿ ਉਹ ਤਬੂਤ ਟੰਗਿਆ। ਤੇ ਜਿਹੜਾ ਜਿਹਨੂੰ ਕਿਹਾ ਸਤਿਗੁਰੂ ਨੇ ਤੈਨੂੰ ਸਾਲ ਬਾਅਦ ਅਗਲੀ ਅੱਗ ਦੀ ਗਈ, ਜਦੋਂ ਮੁਜ਼ੱਫਰਾਬਾਦ ਪਾਕਿਸਤਾਨ 10 ਪੁਆਇੰਟ ਤੇ ਵੀ ਗਿਆ, ਉੱਥੇ ਪੁੱਛਿਆ, ਕਹਿਣ ਲੱਗੇ ਅੱਗੇ ਹੈ ਦੂਜੇ ਪੀਰ ਦੀ ਕਬਰ, ਹਰ ਸਾਲ ਉਹਦੀ ਕਬਰ ਨੂੰ ਅੱਗ ਲੱਗਦੀ ਹੈ ਤੇ ਅੱਗ ਲੱਗਣ ਦੇ ਮਹੀਨੇ ਚੋਂ ਸਮਾਨ ਬਾਹਰ ਕੱਢ ਲੈਂਦੇ। ਮੇਰੇ ਮਨ ਚ ਆਇਆ ਵੀ ਹੋ ਸਕਦਾ ਆਪਾਂ ਭਾਵਨਾ ਵਾਲਿਆਂ ਬਣਾ ਦਿੱਤਾ ਹੋਵੇ। ਉੱਥੇ ਜਿਹੜਾ ਮਜੌਰ ਬੈਠਾ ਸੀ ਦਰਗਾਹ ਉੱਤੇ, ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ, ਮੈਂ ਉਹਨੂੰ ਥੋੜੇ ਜਿਹੇ ਦਮੜੇ ਦਿੱਤੇ। ਮੈਂ ਕਿਹਾ ਬਾਬਾ ਸੱਚ ਸੱਚ ਦੱਸੀ, ਜੋ ਸਿੱਖ ਕਹਿੰਦੇ ਨੇ ਉਹ ਸੱਚ ਹੈ? ਉਹ ਕਹਿੰਦਾ ਤੁਹਾਨੂੰ ਸੱਚ ਦੱਸਾਂ, ਜੋ ਕੁਝ ਕਹਿੰਦੇ ਨੇ 100% ਸੱਚ ਹੈ। ਅੱਗ ਵੀ ਲੱਗਦੀ ਹੈ। ਮੈਂ ਸਿਰਫ ਇੱਕ ਬੇਨਤੀ ਸੀ ਕਿ ਗੁਰਦੇਵ ਗਏ ਬਾਰਾਮੂਲੇ, ਉੱਥੇ ਸੰਗਤ ਕਿਹਾ ਸਤਿਗੁਰੂ ਆਪਣੀ ਨਿਸ਼ਾਨੀ, ਸਤਿਗੁਰੂ ਨੇ ਚਿਨਾਰ ਦਾ ਰੁੱਖ ਲਾਇਆ ਜੀ, ਚਿਨਾਰ ਉਧਰ ਬਹੁਤ ਹੁੰਦਾ। ਕਹਿਣ ਲੱਗਿਆ ਸਾਡੀ ਯਾਦ ਹੈ, ਮੈਨੂੰ ਦੁੱਖ ਲੱਗਾ, ਉਹ ਰੁੱਖ ਪੱਟ ਕੇ ਇੱਕ ਲੱਕੜ ਦਾ ਟੁਕੜਾ ਸ਼ੀਸ਼ੇ 'ਚ ਰੱਖ ਦਿੱਤਾ, ਚਿਨਾਰ ਖਤਮ ਕਰ ਦਿੱਤਾ। ਅਸੀਂ ਇਸ ਗੱਲ ਤੋਂ ਡਰਨੇ ਪਏ ਆ ਕਿ ਇਹ ਰੁੱਖ ਦੀ ਪੂਜਾ ਹੋ ਜਾਏਗੀ, ਇਹਦੀ ਪੂਜਾ ਹੋ ਜਾਏਗੀ। ਗੁਰਮਖੋ, ਰੁੱਖ ਦੀ ਪੂਜਾ ਨਹੀਂ, ਜਿਸ ਥਾਂ ਤੋਂ ਗੁਰੂ ਲੰਘ ਜਾਏ ਉਹ ਹਰ ਥਾਂ ਹੀ ਪੂਜਣ ਯੋਗ ਹੋ ਜਾਂਦੀ ਹੈ। ਬੇਨਤੀ ਕਰਾ, ਦਰਬਾਰ ਸਾਹਿਬ ਦੀ ਪਰਿਕਰਮਾ 'ਚ ਲੰਘਦੇ ਉਹ ਕਹਿੰਦਾ, ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਧਿਆਨ ਨਾਲ ਮੱਥਾ ਟੇਕੀ, ਧਿਆਨ ਨਾਲ ਪੈਰ ਫਰਸ਼ ਉੱਤੇ ਰੱਖੀ। ਉਹ ਕਹਿੰਦਾ ਇਹਦੇ ਥੱਲੇ ਰੋੜੀ ਨਹੀਂ, ਇਹਦੇ ਥੱਲੇ ਕੰਕਰੀਟ ਤੇ ਇਹਦੇ ਥੱਲੇ ਮਿੱਟੀ ਤੇ ਪੱਥਰ ਨਹੀਂ। ਐ ਬੇਟਾ ਸਿੱਖ, ਜਿੱਤੇ ਤੂੰ ਪੈਰ ਰੱਖਣੇ, ਤੇਰੇ ਇੱਕ ਪੈਰ ਦੇ ਥੱਲੇ ਸੈਂਕੜੇ ਗੁਰਸਿੱਖ ਸ਼ਹੀਦਾਂ ਦੇ ਸ਼ੀਸ਼ ਪਏ ਹੋਏ। ਇਹ ਪਰਿਕਰਮਾ ਸੀਸ ਉੱਤੇ ਬਣਾਈ ਗਈ ਹੈ, ਕੱਲੀ ਪੱਥਰ ਤੇ ਨਹੀਂ। ਸੱਚ ਇਹ ਵੀ ਉਸ ਪਰਿਕਰਮਾ ਵਿੱਚ 84 ਦਾ ਇੱਕ ਘਟਨਾਕ੍ਰਮ ਵਾਪਰਿਆ, ਵੱਡਾ ਘੱਲੂਘਾਰਾ ਪਿਛਲਿਆਂ ਨੂੰ ਵੀ ਮਾਤ ਕਰ ਗਿਆ। ਮੈਂ ਤਾਂ ਕਹਿੰਦਾ, ਪਿਛਲੇ ਮਾਰ ਕੇ ਘੱਟੋ ਘੱਟ ਲਾਸ਼ ਤਾਂ ਦੇ ਦਿੰਦੇ ਸਨ ਕਿ ਜਦੋਂ ਬੱਚਿਆਂ ਦੇ ਟੁਕੜੇ ਕਰਦੇ ਸਨ, ਮੀਰ ਮੰਨੂ ਵੀ ਝੋਲੇ 'ਚ ਲਾਸ਼ ਪਾ ਦਿੰਦਾ ਸੀ, ਮਾਂ ਦੀ ਝੋਲੀ 'ਚ। ਇਹੋ ਜਿਹਾ ਸਮਾਂ ਆਇਆ ਅਜੇ ਤੱਕ ਮਾਵਾਂ ਨੂੰ ਪੁੱਤਰਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਉਹਨੂੰ ਦਿਨ ਨੂੰ ਆਪ ਯਾਦ ਕਰਦੇ ਪਏ। ਮੈਂ ਬੇਨਤੀ ਕਰਾਂਗਾ, ਜੋ ਭਾਈ ਸਾਹਿਬ ਪ੍ਰਕਰਨ ਪੜ੍ਹ ਕੇ ਗਏ, ਅਸੀਂ 2 ਦਿਨਾਂ 'ਚ ਹੀ ਵਿਚਾਰਾਂਗੇ। ਪਹਿਲੀ ਬੇਨਤੀ ਕਿ ਜਿਹੜਾ ਭਗਤੀ ਕਰਨ ਵਾਲਾ ਥੋੜਾ ਜਿਹਾ ਦਾਸ ਵਿੱਚੋਂ ਨਿਕਲਿਆ, ਕਿਉਂਕਿ ਉਸ ਦਿਨ ਨੂੰ ਯਾਦ ਕਰ ਲੈ। ਉਸ ਭਗਤ ਨੂੰ ਧੰਨ ਕਹੋ ਜਿਹਦੇ ਮੁਖ ਤੋਂ ਖਰੀ ਕਿਹਾ ਜਾਂਦਾ ਹੈ। ਗੁਰਮਖੋ, ਇਹ ਮੂੰਹ ਕਦੀ ਵੀ ਪਵਿੱਤਰ ਨਹੀਂ ਹੁੰਦਾ। ਜੇ ਦੇਖੋ ਆਪ ਅਦਬ ਵਾਲੇ ਬੈਠੇ ਹੋ ਕਿ ਭਾਵੇਂ ਆਪਣਾ ਮੂੰਹ ਅਸੀਂ ਪਾਣੀ ਨਾਲ ਧੋ ਲਈਏ, ਬੁਰਸ਼ ਕਰ ਲਈਏ, ਦਾਤਨ ਕਰ ਲਈਏ, ਤੇ ਮੂੰਹ ਧੋਣ ਤੋਂ, ਹੱਥ ਧੋਣ ਤੋਂ ਬਾਅਦ ਤਾਂ ਪੋਥੀ ਸਾਹਿਬ ਨੂੰ ਲਾਂਗੇ।
पैर धोन तो बाद तां हजूर दी खजूरी च गोदी च जांगे, पर कदी किसी ने मूँह धो के जीभ नूं हथ ला के पोथी साहिब नूं हथ नहीं लाया। कदी किसी कहा भी मेरा मुख जिहड़ा धुप गया। पैर हथ धोते जाते ने, इशनान करने मूँह धोने, पर कदी हथ नहीं लांगे जिभ। ये झूठी है, पर गुरु ग्रंथ साहिब कहते सुच्ची उदों हुंदी है जदों इहदे नाल कोई परमात्मा कहंदा है। असीं पढ़ने सूची पई रसना नाम कहत गोबिंद खा। भगतां ने की कीता, उन्होंने अपनी मुख तो खरी नूं जपिया। ते कबीर साहब जी नूं पुछो, वो कहंदे चौखियां गल्लां च पई ना कि अज तक शुरू तो लैके आद तक जिन्ने भी भगत होए ने, सारे भगतां ने अपनी रसना नूं सिमरनी बनाया, ते जिन्ना रसना नाल जपिया उन्ना ही साई नूं पाया। कबीर मेरी सिमरनी रसना ऊपर राम, आद जुगादी सगल भगत ताको सुख विश्राम। आद जुगाद जिन्ने भी भगत होए उन्हां रसना तो इसे नूं साहिब ने कहा भाई, जदों रसना नाल कोई बोलदा है कि रसना गुण गोपाल निध गायन, शांत सहज रहस मन उपजो सगले दुख भलाए। जदों रसना नाल कोई पुकारदा है कि रसना जपिए एक नाम, इया सुख आनंद कणा आगे, जी कै संग काम कटिया तेरा अंग रोग, तू गुर प्रसाद कर राज जोग। पहला बचन धन धन भाग तिना भगत जना, जो हर नामा हर मुख कहते हैं। धन धन भाग तिना संत जना, जो हर जस सरवणी सुनते हैं। जिन्ना अपने कन्नां नाल खरी यस परमात्मा दे जस नूं सुने। ते अगली बेनती, धन धन भाग तिना साध जना, हर कीर्तन गाए गुणी जन बनते हैं। जेड़े कीर्तन करते करते गुणा दी खान बन के। धन धन भाग तिना गुरमुखा, जो गुर सिख लै मन जिणतिया। सबदू वड्डे भाग गुर सिखा के, जो गुर चरनी सिख पढ़ते हैं। भाई साहब गायन करके गए कि उस गुरसिख नूं धन कहो जिहड़ा गुरु दी चरण शरण विच डिग पिया। इसे विचार नूं दास कल दे दीवान विच, क्योंकि उस तो बाद वक्त काफ़ी होना है, आप जी दे दर्शन करांगा। मैं समूह प्रबंधक वीरां दा ते और खास करके सिंह साहिब ज्ञानी मल सिंह जी, जिन्हां ने फोन करके आउंदियां फिर भी हुक्म किया भी जरूर जाओ। भाई जविंदर सिंह नहीं बैठे ने, पहुंचे सन। मैं सब का धन्नवाद करना जी। मेरे तो बोलदियां कोई शब्द कोई लफज आपनूं ना चंगा लगा होया, उहदे लई अरदास कर दिया जी। ते सतगुरु दे चरनां च बेनती करो, मालक जो कहने स्टेज ते वो निजी जीवन बख्श दिओ। इसे प्रकरण नूं कल दोपहर दे दीवान विच आपां विचारांगे जी। वाहिगुरू जी का खालसा, वाहिगुरू जी।